अस्सलाम वालेकुम दोस्तों। ਅੱਜ ਅਸੀਂ ਤੁਹਾਨੂੰ ਮਿਰਜ਼ਾ ਸਾਹਿਬਾ ਦਾ ਕਿੱਸਾ ਸੁਣਾਵਾਂਗੇ। ਪੰਜਾਬ ਦੀਆਂ ਲੋਕ ਦਾਸਤਾਨਾਂ ਵਿੱਚੋਂ ਮਿਰਜ਼ਾ ਸਾਹਿਬਾ ਨੂੰ ਖਾਸ ਮਕਾਮ ਹਾਸਲ ਹੈ। ਤਾਰੀਖਦਾਨ ਮੀਆਂ ਨੂਰ ਮੁਹੰਮਦ ਚੇਲਾ ਦੀ ਲਿਖੀ ਕਿਤਾਬ ਤਾਰੀਖ ਜੰਗ ਸਿਆਲਾਂ ਦੇ ਮੁਤਾਬਿਕ ਮਿਰਜ਼ਾ ਸਾਹਿਬਾ ਦਾ ਤਾਲੁਕ ਹੀਰ ਦੀ 11ਵੀਂ ਪੁਸ਼ਤ ਤੋਂ ਹੈ। ਜੰਗ ਦੇ ਨਵਾਹੀ ਇਲਾਕੇ ਸਤਿਆਣਾ ਦੀ ਬੁਨਿਆਦ ਰੱਖਣ ਵਾਲੇ ਸਤੀ ਖਾਨ ਦੇ ਪੁੱਤਰ ਖੀਵਾ ਖਾਨ ਸਾਹਿਬਾਂ ਦਾ ਬਾਪ ਦੀ ਪੈਦਾਇਸ਼ ਹੋਈ ਤੇ ਉਹਦੇ 3 ਮਾਹ ਬਾਅਦ ਉਹਦੀ ਬੀਵੀ ਵਫਾਤ ਪਾ ਗਈ। ਇਕਲੌਤੇ ਬੱਚੇ ਦੀ ਪਰਵਰਿਸ਼ ਲਈ ਵਾਰ ਸੁਲੇਮਾਨ ਤੋਂ ਮਿਣਲ ਖਾਨਦਾਨ ਦੀ ਖਾਤੂਨ ਨੂਰ ਬੀਬੀ ਨੂੰ ਬੁਲਾਇਆ ਗਿਆ। ਉਸਨੇ ਆਪਣੀ ਬੱਚੀ ਫਤਿਹ ਬੀਬੀ ਮਿਰਜ਼ਾ ਦੀ ਮਾਂ ਦੇ ਨਾਲ ਖੀਵਾ ਖਾਨ ਨੂੰ ਵੀ ਦੁੱਧ ਪਿਲਾਇਆ ਤੇ ਇਹ ਦੋਵੇਂ ਦੁੱਧ ਸ਼ਰੀਕ ਬਹਿਨ ਭਾਈ ਬਣ ਗਏ। ਸਿਆਲ ਸਰਦਾਰ ਸੋਮ ਖਾਜ਼ੀ ਨੇ ਖੀਵਾ ਦੀ ਬੁਨਿਆਦ ਰੱਖਣ ਤੇ ਸਰਦਾਰ ਖੀਵਾ ਨੂੰ ਖਾਨ ਦੇ ਖਿਤਾਬ ਨਾਲ ਨਵਾਜ਼ਿਆ। ਜਦੋਂ ਫਤਿਹ ਬੀਬੀ ਨੇ ਸੁਣਿਆ ਕਿ ਉਹਦਾ ਦੁੱਧ ਸ਼ਰੀਕ ਭਾਈ ਇੱਕ ਸਰਦਾਰ ਬਣ ਗਿਆ ਏ ਤੇ ਉਹਨੇ ਆਪਣੇ ਕਮ ਉਮਰ ਪੁੱਤਰ ਨੂੰ ਉਸਦੇ ਕੋਲ ਤਾਲੀਮ ਤੇ ਤਰਬੀਅਤ ਲਈ ਭੇਜਿਆ। ਇਸ ਤਰ੍ਹਾਂ ਮਿਰਜ਼ਾ ਤੇ ਸਾਹਿਬਾ ਇੱਕ ਮਦਰਸੇ ਵਿੱਚ ਤਾਲੀਮ ਹਾਸਲ ਕਰਨ ਲੱਗ ਗਏ ਤੇ ਕਮ ਉਮਰੀ ਤੋਂ ਹੀ ਇੱਕ ਦੂਸਰੇ ਨੂੰ ਪਸੰਦ ਕਰਨ ਲੱਗੇ। ਤਾਰੀਖਦਾਨ ਇੱਕ ਵਾਕਿਏ ਉੱਤੇ ਮੁਤਫਿਕ ਨੇ ਕਿ ਇੱਕ ਵਾਰ ਮੌਲਮ ਨੇ ਮਿਰਜ਼ਾ ਨੂੰ ਆਪਣੀ ਛੁਮਕ ਨਾਲ ਮਾਰਿਆ ਤੇ ਸਾਹਿਬਾ ਨੇ ਆਪਣੀ ਹਥੇਲੀ ਬੰਦ ਕਰ ਲਈ। ਜਦੋਂ ਉਸਨੇ ਹਥੇਲੀ ਖੋਲ੍ਹੀ ਤੇ ਉਹਦੇ ਉੱਤੇ ਛੁਮਕ ਦੇ ਨਿਸ਼ਾਨ ਸਨ। ਇਹ ਗੱਲ ਜੰਗਲ ਵਿੱਚ ਅੱਗ ਦੀ ਤਰ੍ਹਾਂ ਫੈਲੀ ਤੇ ਮਿਰਜ਼ਾ ਨੂੰ ਵਾਪਸ ਉਸਦੀ ਮਾਂ ਦੇ ਕੋਲ ਭੇਜ ਦਿੱਤਾ ਗਿਆ। ਪਰ ਉਸ ਵਕਤ ਤੱਕ ਇਸ਼ਕ ਦਿਲਾਂ ਵਿੱਚ ਘਰ ਕਰ ਚੁੱਕਿਆ ਸੀ। ਪੜ੍ਹਾਈ ਦੇ ਨਾਲ ਨਾਲ ਮਿਰਜ਼ਾ ਇੱਕ ਬਿਹਤਰੀਨ ਤੀਰ ਅੰਦਾਜ਼ ਤੇ ਘੁੜਸਵਾਰ ਬਣ ਚੁੱਕਿਆ ਸੀ। ਸਾਹਿਬਾਂ ਦੇ ਇੱਕ ਮੁਲਾਜ਼ਮ ਦੇ ਜ਼ਰੀਏ ਮਿਰਜ਼ਾ ਨਾਲ ਉਸਦਾ ਰਾਬਤਾ ਰਹਿੰਦਾ ਸੀ, ਜਿਹੜਾ ਤਾਰੀਖ ਵਿੱਚ ਕਰਮੂ ਮੁਲ ਦੇ ਨਾਲ ਮਸ਼ਹੂਰ ਹੈ। ਮਿਰਜ਼ਾ ਦੇ ਚਲੇ ਜਾਣ ਤੋਂ ਕੁਝ ਹੀ ਅਰਸੇ ਬਾਅਦ ਖੀਵਾ ਖਾਨ ਨੇ ਸਾਹਿਬਾ ਦਾ ਰਿਸ਼ਤਾ ਚੱਦੜ ਖਾਨਦਾਨ ਵਿੱਚ ਤੈਅ ਕਰ ਦਿੱਤਾ ਤੇ ਮਿਰਜ਼ਾ ਦਾ ਰਿਸ਼ਤਾ ਉਸਦੀ ਮਾਂ ਨੇ ਸਾਹੀ ਖਾਨਦਾਨ ਵਿੱਚ ਤੈਅ ਕਰ ਦਿੱਤਾ। ਸ਼ਾਦੀ ਦੀਆਂ ਤਿਆਰੀਆਂ ਸ਼ੁਰੂ ਹੋਈਆਂ ਤੇ ਸਾਹਿਬਾ ਨੇ ਕਰਮੂ ਨੂੰ ਮਿਰਜ਼ਾ ਤੱਕ ਉਸਦੀ ਸ਼ਾਦੀ ਦੀ ਇਤਲਾਹ ਪਹੁੰਚਾਉਣ ਲਈ ਭੇਜਿਆ। ਜਦੋਂ ਕਰਮੂ ਨੇ ਇਤਲਾਹ ਮਿਰਜ਼ਾ ਨੂੰ ਦਿੱਤੀ, ਮਿਰਜ਼ਾ ਤੁਰਕਿਸ਼ ਤੇ ਤੀਰ ਕਮਾਨ ਨਾਲ ਲੈਸ ਹੋ ਕੇ ਆਪਣੀ ਬਿੱਕੀ ਨਾਮੀ ਘੋੜੀ ਤੇ ਸਵਾਰ ਹੋਇਆ ਤੇ ਸਾਹਿਬਾ ਨੂੰ ਲੈਣ ਨਿਕਲ ਪਿਆ। ਤਾਰੀਖਦਾਨ ਲਿਖਦੇ ਨੇ ਕਿ ਜਦੋਂ ਮਿਰਜ਼ਾ ਘਰ ਤੋਂ ਨਿਕਲਿਆ ਉਸਦੀ ਭੈਣ ਦੀ ਸ਼ਾਦੀ ਹੋ ਰਹੀ ਸੀ। ਇਸ ਵਜ੍ਹਾ ਤੋਂ ਮਾਂ ਤੇ ਬਹਿਨ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਇਸ਼ਕ ਸੀ ਜਿਹੜਾ ਹਰ ਰਿਸ਼ਤਾ ਭੁਲਾ ਗਿਆ। ਮਿਰਜ਼ਾ ਸਿੱਧਾ ਸਾਹਿਬਾਂ ਦੇ ਇਲਾਕੇ ਵਿੱਚ ਪਹੁੰਚਿਆ ਤੇ ਸ਼ਾਦੀ ਵਾਲੇ ਘਰ ਤੋਂ ਸਾਹਿਬਾਂ ਨੂੰ ਲੈ ਕੇ ਨਿਕਲ ਗਿਆ। ਉਸ ਵਕਤ ਘੋੜੀ ਦੇ ਕਦਮ ਦੀਆਂ ਟਾਪਾਂ ਨੇ ਢੋਲਕੀ ਦੀ ਥਾਪ ਨੂੰ ਨੀਚਾ ਦਿਖਾ ਦਿੱਤਾ। ਹੁਣ ਉਹ ਸਫ਼ਰ ਸ਼ੁਰੂ ਹੋਇਆ ਜਿਸ ਦੀ ਮੰਜ਼ਿਲ ਮਿਰਜ਼ਾ ਦੀ ਮੌਤ ਠਹਿਰੀ। ਤਾਰੀਖਦਾਨ ਲਿਖਦੇ ਨੇ ਕਿ ਚੌਂਕੇ ਜੱਟ ਭੈਣਾਂ ਦੇ ਮਾਮਲੇ ਵਿੱਚ ਕਾਫੀ ਮੁਹਤਾਤ ਹੁੰਦੇ ਨੇ, ਇਸ ਲਈ ਮਿਰਜ਼ਾ ਨੇ ਬਹਿਨ ਦੀ ਡੋਲੀ ਉੱਡ ਜਾਵਣ ਤੋਂ ਬਾਅਦ ਰਾਤ ਦੀ ਤਾਰੀਕੀ ਵਿੱਚ ਘਰ ਵਾਪਸ ਜਾਣ ਦਾ ਫੈਸਲਾ ਕੀਤਾ। ਰਾਹ ਵਿੱਚ ਇੱਕ ਦਰਖਤ ਥੱਲੇ ਥਕਾਵਟ ਲਾਉਣ ਲਈ ਸੋ ਗਿਆ। ਸਾਹਿਬਾ ਨੇ ਮਿਰਜ਼ਾ ਦੇ ਤੀਰ ਤੋੜ ਦਿੱਤੇ ਕਿਉਂਕਿ ਉਹ ਜਾਣਦੀ ਸੀ ਕਿ ਉਹ ਇੱਕ ਕਾਬਿਲ ਤੀਰ ਅੰਦਾਜ਼ ਹੈ ਤੇ ਇਹ ਹਰਗਿਜ਼ ਨਹੀਂ ਚਾਹੁੰਦੀ ਸੀ ਕਿ ਮਿਰਜ਼ਾ ਦੇ ਨਿਸ਼ਾਨੇ ਉੱਤੇ ਉਸਦੇ ਭਾਈ ਹੋਵਣ। ਸਾਹਿਬਾ ਦਾ ਖਿਆਲ ਸੀ ਕਿ ਉਹ ਆਪਣੇ ਭਾਈਆਂ ਨੂੰ ਮਨਾ ਲਏਗੀ, ਪਰ ਉਸਦੇ ਭਾਈਆਂ ਨੇ ਉਸਦੀ ਇੱਕ ਨਾ ਸੁਣੀ ਤੇ ਮਿਰਜ਼ਾ ਨੂੰ ਮਾਰ ਦਿੱਤਾ। ਮਿਰਜ਼ਾ ਸਾਹਿਬਾ ਦੇ ਭਾਈਆਂ ਤੋਂ ਨਹੀਂ ਬਲਕਿ ਉਸਦੀ ਬੇਵਫਾਈ ਤੋਂ ਹੀ ਮਰ ਗਿਆ ਸੀ ਤੇ ਇਹ ਵੀ ਰਵਾਇਤ ਕੀਤੀ ਜਾਂਦੀ ਹੈ ਕਿ ਮਿਰਜ਼ਾ ਦੇ ਮਰਨ ਦੇ ਵਕਤ ਉਸਦੀ ਜ਼ੁਬਾਨ ਉੱਤੇ ਸਾਹਿਬਾ ਦਾ ਨਾਂ ਸੀ। ਇਸ ਹਵਾਲੇ ਨਾਲ ਬੜੀਆਂ ਮੁਤਜ਼ਾਦ ਰਵਾਇਤ ਮਿਲਦੀਆਂ ਨੇ। ਕੁਝ ਦੇ ਮੁਤਾਬਿਕ ਸਾਹਿਬਾ ਮਿਰਜ਼ਾ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਜਾਨ ਦੀ ਬਾਜ਼ੀ ਹਾਰ ਗਈ ਤੇ ਕੁਝ ਦੇ ਮੁਤਾਬਿਕ ਉਸਦੇ ਭਾਈ ਉਹਨੂੰ ਮਹਿਲ ਵਿੱਚ ਵਾਪਸ ਲੈ ਗਏ ਤੇ ਉੱਥੇ ਮਾਰ ਦਿੱਤਾ। ਇਸ ਮੌਕੇ ਤੇ ਪੀਰੂ ਦੀ ਨਜ਼ਮ ਦੇ ਇਹ ਅਲਫਾਜ਼ ਪੜ੍ਹਨ ਵਾਲਿਆਂ ਦੇ ਦਿਲ ਵਿੱਚ ਉਤਰ ਜਾਂਦੇ ਨੇ ਕਿ ਮੰਦਾ ਕਿਤੋਈ ਸਾਹਿਬਾ ਮੇਰਾ ਤੁਰਕਿਸ਼ ਟੰਗੀਓ ਜੰਡ, ਸਿਰ ਤੋਂ ਮੰਡਾਸਾ ਉੱਡ ਗਿਆ ਗਲ ਵਿੱਚ ਪੈਂਦੀ ਚੰਡ, ਬਾਜ ਭਰਾਵਾਂ ਜੱਟ ਮਾਰਿਆ ਕੋਈ ਨਾ ਮਿਰਜ਼ੇ ਦੇ ਸੰਗ ਜੱਟਾਈਓ। ਇਸ ਦਾ ਤਰਜਮਾ ਹੈ कि ऐ साहिबा ये तूने अच्छा नहीं किया कि मेरा तुर्किश दरख्त पे लटका दिया। मिर्ज़ा के सर से पगड़ी उतर गई और उसके बाल बिखर कर उसके गले में पड़ गए। जट को बगैर भाइयों के मारा और मिर्ज़ा बिल्कुल अकेला था।